ਹੈਲੋ एवरीवन ਵੈਲਕਮ ਟੂ ਦੀ ਐਸਪੀਰੈਂਟਸ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪੋਲਿਟੀ ਦੇ ਕੁਝ ਹੋਰ ਐਮਸੀਕਿਊਜ਼ ਡਿਸਕਸ ਕਰਾਂਗੇ ਤੇ ਇਹ ਵੀਡੀਓ ਜਿਹੜੀ ਹੈ ਪਾਰਟ 5 ਹੈ। 4 ਪਾਰਟਸ ਆਲਰੇਡੀ ਰਿਲੀਜ਼ ਹੋ ਚੁੱਕੇ ਨੇ। ਜੇਕਰ ਤੁਸੀਂ ਨਹੀਂ ਦੇਖੇ ਹੋਏ ਤਾਂ ਉੱਪਰ ਇੱਕ ਲਿੰਕ ਆ ਰਿਹਾ ਹੋਣਾ, ਉਹ 'ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ। ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਤੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਜਾਂ ਕੋਈ ਡਾਊਟ ਹੈ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ। ਤੇ ਅੱਜ ਦੀ ਜਿਹੜੀ ਵੀਡੀਓ ਹੈ ਉਹ ਸਪੈਸ਼ਲ ਹੈ ਕਿਉਂਕਿ ਇਹਦੇ ਵਿੱਚ ਅਸੀਂ ਜਿਹੜਾ ਮੇਕਿੰਗ ਆਫ ਦ ਕਨਸਟੀਟਿਊਸ਼ਨ ਵਾਲਾ ਪਾਰਟ ਹੈ ਉਹ ਸਾਰਾ ਕਵਰ ਕਰ ਦਾਂਗੇ ਤੇ ਐਮਸੀਕਿਊਜ਼ ਦੇ ਥਰੂ ਹੀ ਅਸੀਂ ਟਰਾਈ ਕਰਾਂਗੇ ਕਿ ਤੁਹਾਨੂੰ ਸਾਰੇ ਫੈਕਟਸ ਜਿਹੜੇ ਆ ਉਹ ਵੀਡੀਓ ਦੇਖਦੇ ਦੇਖਦੇ ਹੀ ਯਾਦ ਹੋ ਜਾਣ, ਕਿਉਂਕਿ ਉਹ ਇੰਨੀ ਵਾਰ ਰਿਪੀਟ ਹੋ ਜਾਣਗੇ। ਠੀਕ ਹੈ ਜੀ, ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਜਿਹੜਾ ਹੈਗਾ, ਹੂ ਡਿਮਾਂਡਡ ਕਨਸਟੀਟਿਊਐਂਟ ਅਸੈਂਬਲੀ ਫॉर ਇੰਡੀਆ ਇਨ 1934? ਤਾਂ ਆਪਸ਼ਨਸ ਨੇ ਐਮ ਐਨ ਰॉय, ਬੀ ਆਰ ਅੰਬੇਡਕਰ, ਮਹਾਤਮਾ ਗਾਂਧੀ, ਨਨ ਆਫ ਦੀ ਅਬਵ। ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਐਮ ਐਨ ਰॉय ਜੀ। ਐਮ ਐਨ ਰॉय ਜੀ ਨੇ ਹੀ ਸਭ ਤੋਂ ਪਹਿਲਾਂ 1934 ਦੇ ਵਿੱਚ ਕਨਸਟੀਟਿਊਐਂਟ ਅਸੈਂਬਲੀ ਬਣਾਉਣ ਦੀ ਡਿਮਾਂਡ ਰੱਖੀ ਸੀ। ਠੀਕ ਹੈ ਜੀ, ਕੁਝ ਹੋਰ ਫੈਕਟਸ ਜਿਹੜੇ ਟੈਸਟ ਹੋ ਸਕਦੇ ਆ ਉਹ ਹੈਗੇ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ 1936 ਦੇ ਵਿੱਚ ਲਖਨਊ ਸੈਸ਼ਨ 'ਚ ਕਨਸਟੀਟਿਊਐਂਟ ਅਸੈਂਬਲੀ ਦੀ ਡਿਮਾਂਡ ਕੀਤੀ ਸੀ ਤੇ ਕਨਸਟੀਟਿਊਐਂਟ ਅਸੈਂਬਲੀ ਜਿਹੜੀ ਉਹ ਬਣੀ ਸੀ ਕੈਬਨਿਟ ਮਿਸ਼ਨ ਪਲਾਨ ਦੇ ਅੰਡਰ ਤੇ 1946 ਦੇ ਵਿੱਚ। ਠੀਕ ਹੈ ਜੀ, ਤੇ ਜਿਹੜੇ ਇਲੈਕਸ਼ਨ ਸੀਗੇ ਕਨਸਟੀਟਿਊਐਂਟ ਅਸੈਂਬਲੀ ਵਾਸਤੇ ਉਹ ਜੁਲਾਈ ਅਗਸਤ 1946 ਚ ਹੋ ਗਏ ਸੀ ਤੇ ਇਹਦੀ ਜਿਹੜੀ ਪਹਿਲੀ ਮੀਟਿੰਗ ਸੀ ਉਹ 9th of December 1946 ਨੂੰ ਹੋਈ ਸੀ। Next question we have is, consider the following statements about the Constituent Assembly. Statements ne, the Constituent Assembly was constituted in November 1946 under the scheme formulated by Cabinet Mission Plan. Constituent Assembly was completely nominated body. Seats were divided on the basis of communal electorate. ਤੇ ਅਸੀਂ ਦੱਸਣਾ ਹੈ ਕਿ ਸਹੀ ਸਟੇਟਮੈਂਟਸ ਕਿਹੜੀ-ਕਿਹੜੀਆਂ ਨੇ। ਆਪਸ਼ਨਸ ਨੇ 1 only, 2 and 3 only, 1 and 3 only, 1, 2 and 3। ਠੀਕ ਹੈ ਜੀ, ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਏ, ਕਿਉਂਕਿ ਜਿਹੜੀ ਸਟੇਟਮੈਂਟ 2 ਹੈ ਉਹ ਇਸ ਕਰਕੇ ਗਲਤ ਹੈ ਕਿਉਂਕਿ ਕਨਸਟੀਟਿਊਐਂਟ ਅਸੈਂਬਲੀ ਜਿਹੜੀ ਸੀ ਉਹ ਪਾਰਸ਼ਲੀ ਨੋਮੀਨੇਟਡ ਤੇ ਪਾਰਸ਼ਲੀ ਇਲੈਕਟਡ ਬੋਡੀ ਸੀਗੀ। ਠੀਕ ਹੈ ਜੀ, ਤੇ ਸਟੇਟਮੈਂਟ 3 ਦੇ ਵਿੱਚ ਲਿਖਿਆ ਹੋਇਆ ਕਿ ਸੀਟਸ ਵਰ ਡਿਵਾਈਡਡ ਔਨ ਦ ਬੇਸਿਸ ਆਫ ਕਮਿਊਨਲ ਇਲੈਕਟੋਰੇਟ, ਜਦਕਿ ਇਦਾਂ ਨਹੀਂ ਸੀ, ਸੀਟਸ ਵਰ ਡਿਵਾਈਡਡ ਔਨ ਦ ਬੇਸਿਸ ਆਫ ਪੋਪੂਲੇਸ਼ਨ। ਠੀਕ ਹੈ ਜੀ, ਇਹੀ ਸਾਰੀ ਐਕਸਪਲੇਨੇਸ਼ਨ ਇੱਥੇ ਦਿੱਤੀ ਹੋਈ। Next question we have is, consider the following statements related to Constituent Assembly. The Constituent Assembly adopted the Indian Constitution on 26 November 1949. It was constituted under the provisions of Cripps Mission 1942. ਤੇ ਅਸੀਂ ਸਹੀ ਸਟੇਟਮੈਂਟਸ ਦੱਸਣੀਆਂ ਨੇ। ਤਾਂ ਓਬਵੀਅਸਲੀ ਸੈਕਿੰਡ ਸਟੇਟਮੈਂਟ ਜਿਹੜੀ ਆ ਉਹ ਗਲਤ ਹੈ ਕਿਉਂਕਿ ਇਹ ਕੈਬਨਿਟ ਮਿਸ਼ਨ ਪਲਾਨ ਦੇ ਤਹਿਤ ਜਿਹੜੀ ਹੈ ਕਨਸਟੀਟਿਊਐਂਟ ਅਸੈਂਬਲੀ ਬਣਾਈ ਗਈ ਸੀ। ਫਸਟ ਸਟੇਟਮੈਂਟ ਬਿਲਕੁਲ ਸਹੀ ਹੈ ਤੇ ਇਹਦਾ ਜਿਹੜਾ ਰਾਈਟ ਆਨਸਰ ਹੈ ਹੋ ਜਾਏਗਾ ਆਪਸ਼ਨ ਏ, 1 only। ਠੀਕ ਹੈ ਜੀ, ਕੁਝ ਹੋਰ ਫੈਕਟਸ ਦੇਖ ਲੈਂਦੇ ਹਾਂ। ਜਿਹੜੀ ਫਰਸਟ ਆਫੀਸ਼ੀਅਲ ਮੀਟਿੰਗ ਸੀ ਉਹ 9 ਦਸੰਬਰ ਨੂੰ ਹੋਈ ਸੀ। ਸਚਿਦਾਨੰਦ ਸਿਨਹਾ ਜੀ ਜਿਹੜੇ ਸੀ ਉਹ ਇਹਦੇ ਟੈਂਪਰੇਰੀ ਚੇਅਰਮੈਨ ਬਣੇ ਸੀਗੇ 9 ਦਸੰਬਰ ਨੂੰ। ਠੀਕ ਹੈ ਜੀ, ਤੇ ਨੈਕਸਟ ਮੀਟਿੰਗ ਜਿਹੜੀ 11 ਦਸੰਬਰ ਨੂੰ ਹੋਈ ਸੀ ਉਹਦੇ ਵਿੱਚ ਡਾਕਟਰ ਰਜਿੰਦਰ ਪ੍ਰਸਾਦ ਨੂੰ ਪ੍ਰੈਜ਼ੀਡੈਂਟ ਚੁਣ ਲਿਆ ਗਿਆ ਸੀ ਤੇ ਜਿਹੜੇ ਸਾਡੇ ਐਚ.ਸੀ. ਮੁਖਰਜੀ ਜੀ ਸੀਗੇ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਚੁਣ ਲਿਆ ਗਿਆ ਸੀ। ਕਨਸਟੀਟਿਊਐਂਟ ਅਸੈਂਬਲੀ ਦੇ ਜਿਹੜੇ ਐਡਵਾਈਜ਼ਰ ਸੀਗੇ ਉਹ ਬੀ.ਐਨ. ਰਾਓ ਜੀ ਸੀ। ਠੀਕ ਹੈ ਜੀ, ਤੇ ਕੁਝ ਐਡੀਸ਼ਨਲ ਇਨਫੋਰਮੇਸ਼ਨ ਦੇਖ ਲੈਂਦੇ ਹਾਂ। ਨੈਸ਼ਨਲ ਫਲੈਗ ਜਿਹੜਾ ਕਨਸਟੀਟਿਊਐਂਟ ਅਸੈਂਬਲੀ ਨੇ ਅਡਾਪਟ ਕੀਤਾ ਸੀ 22 ਜੁਲਾਈ 1947 ਨੂੰ ਤੇ ਨੈਸ਼ਨਲ ਐਂਥਮ ਜਿਹੜਾ ਉਹ 24 ਜਨਵਰੀ 1950 ਤੇ ਨੈਸ਼ਨਲ ਸੌਂਗ ਵੀ 24 ਜਨਵਰੀ 1950 ਨੂੰ। ਠੀਕ ਹੈ ਜੀ, ਇੱਥੇ ਇੱਕ ਇੰਪੋਰਟੈਂਟ ਜਿਹੜਾ ਫੈਕਟ ਹੈ ਜਿਹੜਾ ਕਿ ਬਹੁਤ ਸਾਰੇ ਐਸਪੀਰੈਂਟਸ ਨੂੰ ਨਹੀਂ ਪਤਾ ਹੁੰਦਾ ਕਿ ਸਾਡੀ ਕਨਸਟੀਟਿਊਐਂਟ ਅਸੈਂਬਲੀ ਦੇ ਜਿਹੜੇ 2 ਵਾਈਸ ਪ੍ਰੈਜ਼ੀਡੈਂਟ ਸੀਗੇ। ਜੇਕਰ ਤੁਹਾਨੂੰ ਦੂਸਰੇ ਵਾਈਸ ਪ੍ਰੈਜ਼ੀਡੈਂਟ ਦਾ ਨਾਮ ਪਤਾ ਹੈ ਤਾਂ ਉਹਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ, ਜੇਕਰ ਨਹੀਂ ਪਤਾ ਤਾਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ। ਠੀਕ ਹੈ ਜੀ, ਨੈਕਸਟ ਕੁਐਸਚਨ ਜਿਹੜਾ ਹੈ, ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਕਨਸਟੀਟਿਊਐਂਟ ਅਸੈਂਬਲੀ। ਸੀਟਸ ਐਲੋਕੇਟਡ ਟੂ ਈਚ ਪ੍ਰੋਵਿੰਸ ਵਰ ਡਿਵਾਈਡਡ ਅਮੰਗ ਮੁਸਲਿਮ, ਸਿੱਖਸ, ਐਂਗਲੋ ਇੰਡੀਅਨਸ, ਕ੍ਰਿਸਚੀਅਨਸ ਐਂਡ ਜਨਰਲ। Assembly was chaired by Dr. Rajendra Prasad when it met as legislative body. The chairman of the Provincial Constitution Committee was Sardar Vallabhbhai Patel। ਤੇ ਅਸੀਂ ਜਿਹੜੀ ਕਰੈਕਟ ਸਟੇਟਮੈਂਟਸ ਦੱਸਣੀਆਂ ਨੇ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਆਪਸ਼ਨ ਡੀ, 3 only। ਕਿਉਂਕਿ ਫਰਸਟ ਸਟੇਟਮੈਂਟ ਦੇ ਵਿੱਚ ਲਿਖਿਆ ਹੋਇਆ ਕਿ ਸੀਟਸ ਵਰ ਐਲੋਕੇਟਡ ਟੂ ਈਚ ਪ੍ਰੋਵਿੰਸ ਵਾਸ ਡਿਵਾਈਡਡ ਅਮੰਗ, ਤੇ ਇਹਦੇ ਵਿੱਚ ਐਂਗਲੋ ਇੰਡੀਅਨਸ ਤੇ ਕ੍ਰਿਸਚੀਅਨਸ ਜਿਹੜੇ ਆ ਉਹ ਮਤਲਬ ਵਾਧੂ ਲਿਖੇ ਹੋਏ ਆ, ਜਦਕਿ ਇਹ ਸਿਰਫ ਮੁਸਲਿਮ, ਸਿੱਖ ਤੇ ਜਨਰਲ ਦੇ ਵਿੱਚ ਡਿਵਾਈਡ ਕੀਤੀਆਂ ਹੋਈਆਂ ਸੀ। ਤੇ ਸੈਕਿੰਡ ਸਟੇਟਮੈਂਟ ਜਿਹੜੀ ਆ ਉਹ ਅਸੈਂਬਲੀ ਵਾਸ ਚੇਅਰਡ ਬਾਈ ਡਾਕਟਰ ਰਜਿੰਦਰ ਪ੍ਰਸਾਦ ਵੈਨ ਇਟ ਮੈਟ ਐਜ਼ ਅ ਲੈਜਿਸਲੇਟਿਵ ਬੋਡੀ। ਤੇ ਹੁਣ ਅਸੀਂ ਅਗਲੇ ਕੁਐਸਚਨਸ ਦੇ ਵਿੱਚ ਵੀ ਦੇਖਾਂਗੇ ਕਿ ਜਦੋਂ ਲੈਜਿਸਲੇਟਿਵ ਬੋਡੀ ਦੀ ਤਰ੍ਹਾਂ ਜਿਹੜੀ ਕਨਸਟੀਟਿਊਐਂਟ ਅਸੈਂਬਲੀ ਕੰਮ ਕਰਦੀ ਸੀ ਤਾਂ ਉਹ ਚੇਅਰ ਕੀਤੀ ਜਾਂਦੀ ਸੀ ਜੀ.ਵੀ. ਮਵਲੰਕਰ ਜੀ ਦੇ ਦੁਆਰਾ ਜਿਹੜੇ ਕਿ ਸਪੀਕਰ ਸੀਗੇ। ਠੀਕ ਹੈ ਜੀ,
तो ਇਹਦੇ ਬਾਰੇ ਕੁਝ ਹੋਰ ਫੈਕਟਸ ਜਿਹੜੇ ਆ ਚੇਅਰਮੈਨ ਆਫ ਦ ਡਰਾਫਟਿੰਗ ਕਮੇਟੀ ਬੀ ਆਰ ਅੰਬੇਡਕਰ ਜੀ ਸੀਗੇ ਤੇ ਬਾਕੀ ਕੁਝ ਫੈਕਟਸ ਅਸੀਂ ਅੱਗੇ ਦੇਖਾਂਗੇ। Next question we have is, which of the following statements regarding the Constituent Assembly is correct? It was not based on an adult franchise. It resulted from a direct election. It was a multi-party body. It worked through several committees. ਇਹਦਾ ਜਿਹੜਾ right answer ਹੈ ਉਹ ਹੈ option C 1 and 4। ਠੀਕ ਹੈ ਜੀ, ਕਿਉਂਕਿ ਜਿਹੜਾ option 2 ਹੈ ਉਹਦੇ ਵਿੱਚ ਲਿਖਿਆ ਹੋਇਆ ਇਟ ਰਿਜ਼ਲਟਡ ਫਰੋਮ ਅ ਡਾਇਰੈਕਟ ਇਲੈਕਸ਼ਨ, ਜਦਕਿ ਇਹ ਡਾਇਰੈਕਟ ਇਲੈਕਸ਼ਨ ਨਾਲ ਨਹੀਂ ਬਣਾਈ ਗਈ ਸੀ। ਠੀਕ ਹੈ ਜੀ, ਜਿਹੜੇ ਬ੍ਰਿਟਿਸ਼ ਪ੍ਰੋਵਿੰਸਸ ਸੀਗੇ ਉਹਦੇ ਵਿੱਚ ਜਿਹੜੇ ਆਲਰੇਡੀ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲ ਸੀਗੀਆਂ ਉਹਨਾਂ ਦੇ ਮੈਂਬਰਸ ਨੇ ਹੀ ਜਿਹੜੇ ਸਾਡੇ ਕਨਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਸੀ ਉਹ ਚੁਣੇ ਸੀਗੇ। ਤਾਂ ਇਹ ਡਾਇਰੈਕਟ ਇਲੈਕਸ਼ਨ ਨਹੀਂ ਸੀ, ਇਨਡਾਇਰੈਕਟ ਇਲੈਕਸ਼ਨ ਸੀਗਾ। ਥਰਡ ਸਟੇਟਮੈਂਟ ਦੇ ਵਿੱਚ ਲਿਖਿਆ ਹੋਇਆ ਕਿ ਇਟ ਵਾਜ਼ ਅ ਮਲਟੀ ਪਾਰਟੀ ਬੋਡੀ, ਜਦਕਿ ਇੱਦਾਂ ਨਹੀਂ ਸੀ, ਇਟ ਵਾਜ਼ ਮੋਸਟਲੀ ਡੋਮੀਨੇਟਡ ਬਾਈ ਕਾਂਗਰਸ। ਠੀਕ ਹੈ ਜੀ, ਤੇ ਨੈਕਸਟ ਕੁਐਸਚਨ ਦੇਖਦੇ ਹਾਂ। Which of the following statements is correct about Constituent Assembly? Drafting of the Constitution was the sole function of the Constituent Assembly. After the Constitution came into existence, the Constituent Assembly was dissolved. ਇਹਦਾ ਜਿਹੜਾ right answer ਹੈ ਉਹ ਹੈ option C, B only, ਮਤਲਬ ਸਿਰਫ B ਹੈ ਜਿਹੜੀ ਉਹ correct ਹੈ। ਜਿਹੜਾ ਫਰਸਟ ਸਟੇਟਮੈਂਟ ਹੈ drafting of the Constitution was the sole function of the Constituent Assembly, ਇੱਦਾਂ ਨਹੀਂ ਸੀ। ਕੌਨਸਟੀਟਿਊਸ਼ਨ ਦੀ ਡਰਾਫਟਿੰਗ ਦੇ ਨਾਲ ਨਾਲ ਕੌਨਸਟੀਟਿਊਐਂਟ ਅਸੈਂਬਲੀ ਦੇ ਹੋਰ ਬਹੁਤ ਸਾਰੇ ਫੰਕਸ਼ਨ ਸੀ। ਕਿਉਂ? ਇੱਕ ਵਾਰ ਤੇ ਉਹ ਲੈਜਿਸਲੇਟਿਵ ਕੋਈ ਵੀ ਕਾਨੂੰਨ ਬਣਾਉਣਾ ਉਹ ਵੀ ਕੌਨਸਟੀਟਿਊਐਂਟ ਅਸੈਂਬਲੀ ਹੀ ਬਣਾਇਆ ਕਰਦੀ ਸੀ। ਠੀਕ ਹੈ ਜੀ, ਨੈਕਸਟ ਕੁਐਸਚਨ ਵੀ ਹੈਵ ਇਜ਼, ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਦ ਸੈਲੀਐਂਟ ਫੀਚਰਸ ਆਫ ਦ ਇੰਡੀਅਨ ਕੌਨਸਟੀਟਿਊਸ਼ਨ ਪ੍ਰੋਵਾਈਡ ਫॉर ਸਿੰਗਲ ਸਿਟੀਜ਼ਨਸ਼ਿਪ ਫॉर ਦ ਹੋਲ ਆਫ ਇੰਡੀਆ, ਸਟ੍ਰਿਕਟਲੀ ਫੈਡਰਲ ਫਾਰਮ ਆਫ ਗਵਰਨਮੈਂਟ, ਯੂਨੀਕ ਬਲੈਂਡ ਆਫ ਰਿਜਿਡਿਟੀ ਐਂਡ ਫਲੈਕਸੀਬਿਲਿਟੀ। ਤਾਂ ਅਸੀਂ ਕਰੈਕਟ ਸਟੇਟਮੈਂਟਸ ਦੱਸੀਆਂ ਨੇ। ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਆਪਸ਼ਨ A 1 and 3 ਓਨਲੀ, ਕਿਉਂਕਿ ਜਿਹੜੀ ਸੈਕਿੰਡ ਸਟੇਟਮੈਂਟ ਹੈ ਉਹਦੇ ਵਿੱਚ ਲਿਖਿਆ ਹੋਇਆ ਕਿ ਸਟ੍ਰਿਕਟਲੀ ਫੈਡਰਲ ਫਾਰਮ ਆਫ ਗਵਰਨਮੈਂਟ, ਜਦਕਿ ਇੱਦਾਂ ਨਹੀਂ ਸੀ। ਜਿਹੜੀ ਸਾਡੀ ਫਾਰਮ ਆਫ ਗਵਰਨਮੈਂਟ ਹੈ ਉਹ ਹੈਗੀ ਕੁਆਜ਼ੀ ਫੈਡਰਲ ਟਾਈਪ ਅਸੀਂ ਕਹਿੰਦੇ, ਜਿਹਦੇ ਵਿੱਚ ਯੂਨਿਟਰੀ ਜਿਹੜੀਆਂ ਪਾਵਰਸ ਨੇ, ਮਤਲਬ ਸੈਂਟਰ ਗਵਰਨਮੈਂਟਸ ਨੂੰ ਥੋੜ੍ਹੀਆਂ ਜ਼ਿਆਦਾ ਪਾਵਰ ਦਿੱਤੀਆਂ ਹੋਈਆਂ, ਤੇ ਸਟ੍ਰਿਕਟਲੀ ਫੈਡਰਲ ਨਹੀਂ ਹੈ। ਠੀਕ ਹੈ, next question we have is, consider the following statements. Parliament cannot make any law that encroaches fundamental rights. Parliament can change the fundamental rights through a constitutional amendment. ਅਸੀਂ true statements ਦੱਸਣੀ ਆ। ਤੇ ਇਹਦਾ ਜਿਹੜਾ right answer ਹੈ ਉਹ ਹੈ option C, both A and B are true. Next question we have is, consider the following statements. The directive principles resembles the instrument of instructions mentioned in Government of India Act 1935. The idea of directive principles was taken from the Irish Constitution, who had copied it from the USA Constitution. ਹੁਣ ਅਸੀਂ ਕਰੈਕਟ ਸਟੇਟਮੈਂਟਸ ਦੱਸਣੀ ਆ। ਇੱਥੇ ਜਿਹੜੇ ਸਟੇਟਮੈਂਟਸ ਨੇ ਉਹਨਾਂ ਨੂੰ ਧਿਆਨ ਨਾਲ ਪੜ੍ਹਨਾ। ਠੀਕ ਹੈ, ਪੇਪਰ ਦੇ ਵਿੱਚ ਵੀ ਅਸੀਂ ਪੂਰੇ ਧਿਆਨ ਨਾਲ ਸਟੇਟਮੈਂਟਸ ਪੜ੍ਹਨੀਆਂ। ਕਈ ਵਾਰ ਅਸੀਂ ਅੱਧੀ ਸਟੇਟਮੈਂਟ ਪੜ੍ਹ ਕੇ ਇੱਦਾਂ ਹੀ ਆਨਸਰ ਲਾ ਦਿੰਦੇ ਹਾਂ ਤੇ ਬਾਅਦ 'ਚੋਂ ਪਛਤਾਵਾ ਹੁੰਦਾ। ਜਿਹੜੀ ਫਰਸਟ ਸਟੇਟਮੈਂਟ ਹੈ ਉਹ ਬਿਲਕੁਲ ਕਰੈਕਟ ਹੈ, ਬਟ ਜਿਹੜੀ ਸੈਕਿੰਡ ਸਟੇਟਮੈਂਟ ਹੈ ਉਹਦੇ ਵਿੱਚ ਇੱਕ ਕੈਚ ਹੈ ਕਿ ਉਹਨੇ ਲਿਖਿਆ ਦ ਆਈਡੀਆ ਆਫ ਡਾਇਰੈਕਟਿਵ ਪ੍ਰਿੰਸੀਪਲਸ was taken from Irish Constitution, who had copied it from USA Constitution। ਜਦਕਿ ਇੱਦਾਂ ਨਹੀਂ ਸੀ, ਜਿਹੜਾ ਲਿਆ ਸੀ ਇਹ ਆਇਰਿਸ਼ ਕੌਨਸਟੀਟਿਊਸ਼ਨ ਤੋਂ ਹੀ ਹੈ, ਬਟ ਉਹਨੇ ਅੱਗੇ ਤੋਂ ਜਿਹੜਾ ਸਪੈਨਿਸ਼ ਕੌਨਸਟੀਟਿਊਸ਼ਨ ਸੀ ਉੱਥੋਂ ਲਿਆ ਹੋਇਆ ਸੀ। ਠੀਕ ਹੈ ਜੀ, ਤੇ ਇਹਦਾ ਜਿਹੜਾ ਸਹੀ ਆਨਸਰ ਹੈ ਉਹ 1 ਓਨਲੀ। Next question we have is, consider the following statements. National anthem of India was sung publicly at the Bankipur session of Indian National Congress in 1912. Jan Gan Man was adopted as the national anthem by Constituent Assembly of India on November 26, 1949। ਤਾਂ ਅਸੀਂ ਦੱਸਣਾ ਹੈ ਕਿ ਕਰੈਕਟ ਸਟੇਟਮੈਂਟਸ ਕਿਹੜੀਆਂ ਨੇ। ਇਹ ਦੋਨੋਂ ਹੀ ਜਿਹੜੀਆਂ ਸਟੇਟਮੈਂਟਸ ਨੇ ਉਹ ਇਨਕਰੈਕਟ ਨੇ। ਠੀਕ ਹੈ ਜੀ, ਕਿਉਂਕਿ ਨੈਸ਼ਨਲ ਐਂਥਮ ਜਿਹੜਾ ਹੈਗਾ ਉਹ ਪਹਿਲੀ ਵਾਰ ਜਿਹੜਾ ਗਾਇਆ ਗਿਆ ਸੀਗਾ ਕਲਕੱਤਾ ਸੈਸ਼ਨ ਦੇ ਵਿੱਚ 1911 ਵਾਲੇ 'ਚ, ਤੇ ਜਨ ਗਣ ਮਨ ਜਿਹੜਾ ਹੈ ਨੈਸ਼ਨਲ ਐਂਥਮ ਅਡੋਪਟ ਕੀਤਾ ਗਿਆ ਸੀ ਜਨਵਰੀ 24, 1950 ਦੇ ਵਿੱਚ। ਠੀਕ ਹੈ ਜੀ, ਤੇ ਜਨ ਗਣ ਮਨ ਜਿਵੇਂ ਸਾਨੂੰ ਪਤਾ ਹੀ ਹੈ ਕਿ ਰਵਿੰਦਰਨਾਥ ਟੈਗੋਰ ਜੀ ਨੇ ਲਿਖਿਆ ਹੋਇਆ ਸੀ ਨਾ, ਭਾਰਤ ਭਾਗਯ ਵਿਦਾਤਾ, ਉਹਦਾ ਜਿਹੜਾ ਫਸਟ ਸਟੈਂਜਾ ਹੈ ਉਹੀ ਜਨ ਗਣ ਮਨ ਹੈ, ਜਿਹਨੂੰ ਅਸੀਂ ਨੈਸ਼ਨਲ ਐਂਥਮ ਕਹਿੰਦੇ ਹਾਂ। ਨੈਕਸਟ ਕੁਐਸਚਨ ਹੈ ਜੀ ਮੈਚ ਦਾ ਕਾਲਮ ਵਾਲਾ, ਜਿਹਦੇ ਵਿੱਚ ਕੁਝ ਕਮੇਟੀਜ਼ ਦੇ ਨਾਮ ਨੇ ਤੇ ਉਹਨਾਂ ਦੇ ਚੇਅਰਮੈਨਸ ਦੇ ਨਾਮ ਨੇ। ਠੀਕ ਹੈ ਜੀ, ਤਾਂ ਫੰਡਾਮੈਂਟਲ ਰਾਈਟਸ, ਸਟੀਅਰਿੰਗ ਕਮੇਟੀ, ਯੂਨੀਅਨ ਪਾਵਰਸ ਕਮੇਟੀ, ਡਰਾਫਟਿੰਗ ਕਮੇਟੀ, ਤੇ ਅਸੀਂ ਇਹਨਾਂ ਨੂੰ ਮੈਚ ਕਰਨਾ ਹੈ। ਠੀਕ ਹੈ ਜੀ, ਤਾਂ ਫੰਡਾਮੈਂਟਲ ਰਾਈਟਸ ਵਾਲੀ ਜਿਹੜੀ ਕਮੇਟੀ ਸੀਗੀ ਉਹ ਸਰਦਾਰ ਪਟੇਲ ਕੋਲ ਸੀ। ਸਟੀਅਰਿੰਗ ਕਮੇਟੀ ਜਿਹੜੀ ਸੀਗੀ ਉਹ ਡਾਕਟਰ ਰਾਜਿੰਦਰ ਪ੍ਰਸਾਦ ਕੋਲ ਸੀ। ਯੂਨੀਅਨ ਪਾਵਰਸ ਕਮੇਟੀ ਜਿਹੜੀ ਸੀ ਉਹ ਜਵਾਹਰ ਲਾਲ ਨਹਿਰੂ ਜੀ ਦੀ ਸੀ, ਤੇ ਡਰਾਫਟਿੰਗ ਕਮੇਟੀ ਸੀਗੀ ਜਿਹੜੀ ਉਹ ਬੀ ਆਰ ਅੰਬੇਡਕਰ ਦੀ ਸੀ।
हाँ जी, ਇਹਦਾ ਜਿਹੜਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਏ। ਠੀਕ ਹੈ ਜੀ, ਹੁਣ ਕੁਝ ਇੰਪੋਰਟੈਂਟ ਕਮੇਟੀਜ਼ ਜਿਹੜੀਆਂ ਨੇ ਉਹ ਅਸੀਂ ਦੇਖ ਲੈਂਦੇ ਹਾਂ। ਜਿਹੜੀ ਯੂਨੀਅਨ ਪਾਵਰਸ ਕਮੇਟੀ ਸੀ ਉਹ ਜਵਾਹਰ ਲਾਲ ਨਹਿਰੂ ਜੀ ਉਹਦੇ ਚੇਅਰਮੈਨ ਸੀਗੇ। ਯੂਨੀਅਨ ਕਨਸਟੀਟਿਊਸ਼ਨ ਕਮੇਟੀ ਇਹ ਵੀ ਜਵਾਹਰ ਲਾਲ ਨਹਿਰੂ ਜੀ ਸੀ। ਪ੍ਰੋਵਿੰਸ਼ੀਅਲ ਕਨਸਟੀਟਿਊਸ਼ਨ ਕਮੇਟੀ ਸੀ ਜਿਹੜੀ, ਉਹਦੇ ਜਿਹੜੇ ਚੇਅਰਮੈਨ ਸੀ ਉਹ ਸਰਦਾਰ ਪਟੇਲ ਸੀ। ਡਰਾਫਟਿੰਗ ਕਮੇਟੀ ਡਾਕਟਰ BR ਅੰਬੇਡਕਰ। ਐਡਵਾਈਜ਼ਰੀ ਕਮੇਟੀ ਔਨ ਫੰਡਾਮੈਂਟਲ ਰਾਈਟਸ ਮਾਈਨੋਰਿਟੀਜ਼ ਐਂਡ ਟਰਾਈਬਲ ਐਂਡ ਐਕਸਕਲੂਡਡ ਏਰੀਆਜ਼ ਉਹ ਵੀ ਸਰਦਾਰ ਪਟੇਲ ਜੀ ਸੀ। ਰੂਲਸ ਆਫ ਪ੍ਰੋਸੀਜਰ ਕਮੇਟੀ ਜਿਹੜੀ ਆ ਉਹ ਡਾਕਟਰ ਰਜਿੰਦਰ ਪ੍ਰਸਾਦ ਸੀ। ਸਟੇਟਸ ਕਮੇਟੀ ਜਿਹੜੀ ਆ ਉਹ ਜਵਾਹਰ ਲਾਲ ਨਹਿਰੂ ਤੇ ਸਟੀਅਰਿੰਗ ਕਮੇਟੀ ਜਿਹੜੀ ਸੀਗੀ ਉਹ ਡਾਕਟਰ ਰਜਿੰਦਰ ਪ੍ਰਸਾਦ ਸੀ। Next question we have is, with reference to the making of Indian Constitution, consider the following statements. There were 15 women members of the Constituent Assembly. The motion on draft constitution was declared to be passed in October 1948. The Provincial Constitutional Committee of Constituent Assembly was presided by Sardar Patel. ऐसे correct statements ਦੱਸਣੀ ਹੈ। ਤਾਂ ਇਹਦਾ ਜਿਹੜਾ right answer ਹੈ ਉਹ ਹੈ option A, 1 and 3 only। ਠੀਕ ਹੈ ਜੀ, 15 ਵੂਮਨ ਮੈਂਬਰ ਸੀਗੇ ਤੇ ਪ੍ਰੋਵਿੰਸ਼ੀਅਲ ਕਨਸਟੀਟਿਊਸ਼ਨ ਕਮੇਟੀ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹ ਸਰਦਾਰ ਪਟੇਲ ਸੀ। ਨੈਕਸਟ ਕੁਐਸਚਨ ਵੀ ਹੈਵ ਇਜ਼, ਜਵਾਹਰ ਲਾਲ ਨਹਿਰੂ ਵਾਸ ਦ ਚੇਅਰਮੈਨ ਆਫ ਵਿਚ ਆਫ ਦ ਫੋਲੋਇੰਗ ਕਮੇਟੀਜ਼ ਆਫ ਦ ਕਨਸਟੀਟਿਊਂਟ ਅਸੈਂਬਲੀ। ਇਹ ਹੁਣੇ ਆਪਾਂ ਡਿਸਕਸ ਕੀਤਾ, ਯੂਨੀਅਨ ਪਾਵਰਸ ਕਮੇਟੀ, ਸਟੇਟਸ ਕਮੇਟੀ, ਯੂਨੀਅਨ ਕਨਸਟੀਟਿਊਸ਼ਨ ਕਮੇਟੀ, ਰੂਲਸ ਆਫ ਪ੍ਰੋਸੀਜਰ ਕਮੇਟੀ। ਤਾਂ ਇਹਦੇ ਵਿੱਚ ਜਿਹੜਾ 4 ਹੈ ਉਹ ਐਲੀਮੀਨੇਟ ਹੋ ਜਾਏਗਾ ਕਿਉਂਕਿ ਰੂਲਸ ਆਫ ਪ੍ਰੋਸੀਜਰ ਕਮੇਟੀ ਦੇ ਜਿਹੜੇ ਪ੍ਰੈਜ਼ੀਡੈਂਟ ਸੀ ਉਹ ਡਾਕਟਰ ਰਜਿੰਦਰ ਪ੍ਰਸਾਦ ਸੀਗੇ। ਠੀਕ ਹੈ ਜੀ, ਤਾਂ ਰਾਈਟ ਆਨਸਰ ਹੈ ਆਪਸ਼ਨ ਏ, 1, 2 ਐਂਡ 3 ਓਨਲੀ। ਇਹਦੇ ਨਾਲ ਤੁਸੀਂ ਇੱਕ ਫੈਕਟ ਹੋਰ ਯਾਦ ਰੱਖਣਾ ਜਿਹੜਾ ਮਿਸ ਹੋ ਗਿਆ ਸੀ ਕਿ ਮਹਾਤਮਾ ਗਾਂਧੀ ਤੇ ਜਿਹੜੇ ਮੁਹੰਮਦ ਅਲੀ ਜਿੰਨਾ ਸੀਗੇ ਉਹ ਕਨਸਟੀਟਿਊਐਂਟ ਅਸੈਂਬਲੀ ਦੇ ਪਾਰਟ ਨਹੀਂ ਸੀਗੇ। ਠੀਕ ਹੈ ਜੀ, ਇਹ ਵੀ ਇੱਕ ਇੰਪੋਰਟੈਂਟ ਫੈਕਟ ਹੁੰਦਾ ਜਿਹੜਾ ਯਾਦ ਰੱਖਣਾ ਜ਼ਰੂਰੀ ਹੈ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ। ਜੇਕਰ ਤੁਹਾਨੂੰ ਕੰਟੈਂਟ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ। ਤੇ ਜੇ ਤੁਹਾਡੇ ਕੋਈ ਡਾਊਟਸ ਨੇ ਜਾਂ ਕੋਈ ਤੁਹਾਨੂੰ ਕਿਸੇ ਕੁਐਸਚਨ ਦੇ ਵਿੱਚ ਪ੍ਰੋਬਲਮ ਹੈ, ਕੋਈ ਕੁਐਰੀਜ਼ ਨੇ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਥੈਂਕ ਯੂ ਸੋ ਮਚ।